Hello everyone, welcome to Victor's Knowledge. This is Chinu Sharma, and today in this lecture, I'm going to take up next part 8 from our important series on current affair revision. So starting with first question. Kottayam where H5N8 avian influenza has been confirmed recently. So ਕੋਤਾਇਮ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਏਵੀਅਨ ਇਨਫਲੂਐਂਜ਼ਾ ਦਾ ਕੇਸ ਪਾਇਆ ਗਿਆ ਸੀ ਰੀਸੈਂਟਲੀ ਕਨਫਰਮ ਹੋਇਆ ਸੀ ਸੋ ਕੁਐਸਚਨ ਹੈ ਕਿ ਕੋਤਾਇਮ ਕਿਹੜੀ ਸਟੇਟ ਵਿੱਚ ਲੋਕੇਟਡ ਹੈ ਸੋ ਦਿਸ ਇਜ਼ ਲੋਕੇਟਡ ਇਨ ਕੇਰਲਾ ਆਪਸ਼ਨ ਏ very important. Next is ਕਿਹੜੀ ਸਟੇਟ ਹੈ ਜਿਹਨੇ ਕਿਸਾਨ ਕਲਿਆਣ ਮਿਸ਼ਨ ਆਪਣੇ ਫਾਰਮਰਸ ਕਿਸਾਨਾਂ ਦੀ ਇਨਕਮ ਨੂੰ ਵਧਾਉਣ ਦੇ ਲਈ ਲਾਂਚ ਕੀਤਾ ਸੀ ਸੋ ਕਿਸਾਨ ਕਲਿਆਣ ਮਿਸ਼ਨ in order to promote the income of farmer has been launched by the state of Uttar Pradesh UP option B. Next is ਕਿਹੜਾ ਇੰਸਟੀਟਿਊਸ਼ਨ ਹੈ ਜਿਹਨੇ ਕੰਡਕਟ ਕੀਤਾ ਸੀ ਇੱਕ ਨੈਸ਼ਨਲ ਕਾਊ ਸਾਇੰਸ ਐਗਜ਼ਾਮੀਨੇਸ਼ਨ in news ਵਿੱਚ ਵੀ ਬਹੁਤ ਜ਼ਿਆਦਾ ਰਹਿ ਰਿਹਾ ਸੀ ਸੋ this is very important ਤੇ ਇਸ ਐਗਜ਼ਾਮ ਨੂੰ ਕੰਡਕਟ ਕਰਨ ਵਾਲਾ ਇੰਸਟੀਟਿਊਸ਼ਨ ਹੈ RKA ਆਪਸ਼ਨ B ਰਾਸ਼ਟਰੀ ਕਾਮਧੇਨੂ ਆਯੋਗ ਸੰਬਲਪੁਰ ਜਿੱਥੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਸਟੋਨ ਲੇ ਡਾਊਨ ਕੀਤੇ ਫਾਊਂਡੇਸ਼ਨ ਸਟੋਨ ਨੀਂਹ ਪੱਥਰ ਰੱਖੀ ਹੈ IIM ਦੀ ਇੱਕ ਮੈਨੇਜਮੈਂਟ ਇੰਸਟੀਚਿਊਟ ਦੀ ਸੰਬਲਪੁਰ ਕਿਹੜੀ ਸਟੇਟ ਵਿੱਚ ਹੈ ਸੋ ਦਿਸ ਇਜ਼ ਇਨ ਓਡੀਸ਼ਾ ਆਪਸ਼ਨ B ਲਾਲ ਪਹਾੜੀ ਜਿੱਥੇ ਪਹਿਲਾ ਹਿਲ ਟਾਪ ਬੁੱਧਿਸਟ ਮੋਨੈਸਟਰੀ ਗੰਗੇਟਿਕ ਵੈਲੀ ਦਾ ਫਾਊਂਡ ਹੋਇਆ ਹੈ ਕਿਹੜੀ ਸਟੇਟ ਵਿੱਚ ਹੈ ਸੋ ਲਾਲ ਪਹਾੜੀ ਹੈ ਇਨ ਬਿਹਾਰ ਆਪਸ਼ਨ A. ਨੈਕਸਟ ਇਜ਼ ਵੈਰੀ ਇੰਪੋਰਟੈਂਟ ਕਿਹੜੀ ਕੰਟਰੀ ਹੈ ਜਿਹਨੇ ਅਨਾਉਂਸ ਕੀਤਾ ਹੈ ਕਿ ਉਹ ਆਪਣੇ ਯੂਰੇਨੀਅਮ ਨੂੰ 20% ਤੱਕ ਹੋਰ ਜ਼ਿਆਦਾ ਐਨਰਿਚ ਕਰਨਗੇ ਸੋ ਇੱਕ ਪਲਾਨ ਉਹਨਾਂ ਨੇ ਅਨਾਉਂਸ ਕੀਤਾ ਹੈ ਇਹ ਹੈ ਈਰਾਨ ਕੰਟਰੀ ਦਾ ਪਲਾਨ ਆਪਸ਼ਨ D. ਕਿਹੜੀ ਸਟੇਟ ਦੀ ਮਿਊਨਿਸਪਲ ਕਾਰਪੋਰੇਸ਼ਨ ਹੈ ਯਾਨੀ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਨਾਲ ਇੰਡੀਆ ਦੇ ਨਾਲ ਇੱਕ ਪਾਰਟਨਰਸ਼ਿਪ ਕੀਤੀ ਹੈ ਅਗਰੀਮੈਂਟ ਕੀਤਾ ਹੈ ਸੋ ਜਿਹੜਾ ਅਗਰੀਮੈਂਟ ਹੈ ਇਹਦੇ ਅੰਦਰ ਇੰਡੀਆ ਦਾ ਪਹਿਲਾ ਸੋਸ਼ਲ ਇੰਪੈਕਟ ਬੌਂਡ ਲਾਂਚ ਕੀਤਾ ਜਾਊਗਾ ਸੋ ਇਹ ਹੈ ਮਹਾਰਾਸ਼ਟਰ ਦੀ ਮਿਊਨਿਸਪਲ ਕਾਰਪੋਰੇਸ਼ਨ ਆਪਸ਼ਨ C ਮਹਾਰਾਸ਼ਟਰ. ਨੈਕਸਟ ਇਜ਼ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਤੇ CEO ਕੌਣ ਨਿਯੁਕਤ ਕੀਤੇ ਗਏ ਨੇ ਸੋ ਇਸ ਤਰ੍ਹਾਂ ਦੀ ਇੰਪੋਰਟੈਂਟ ਜਿਹੜੀਆਂ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਨੇ ਅਥਾਰਟੀਜ਼ ਨੇ ਬੋਰਡ ਨੇ ਉਹਨਾਂ ਦੇ ਜਿੰਨੇ ਵੀ ਨਵੀਂ ਅਪਾਇੰਟਮੈਂਟ ਹੁੰਦੀਆਂ ਨੇ ਪਿਛਲੇ 1 ਸਾਲ ਦੀਆਂ ਉਹ ਤੁਹਾਨੂੰ ਕਿਸੇ ਵੀ ਐਗਜ਼ਾਮ ਤੋਂ ਪਹਿਲਾਂ ਜ਼ਰੂਰ ਪਤਾ ਹੋਣੀ ਚਾਹੀਦੀਆਂ ਨੇ ਸੋ ਦਿਸ ਇਜ਼ very important and most expected appointment especially for those students. Please do focus on this specifically which are preparing for Naib Tehsildar and other PPSC examination. So is question the right answer है Suneet Sharma option B. ਨਵਰਿਤੀ ਜਿਹਨੂੰ ਰਿਲੀਜ਼ ਕੀਤਾ ਸੀ ਪ੍ਰਧਾਨ ਮੰਤਰੀ ਨੇ ਇੱਕ ਸਰਟੀਫਿਕੇਸ਼ਨ ਕੋਰਸ ਹੈ ਕਿਹੜੇ ਸੈਕਟਰ ਦੇ ਨਾਲ ਰਿਲੇਟਡ ਹੈ ਐਸੋਸੀਏਟਡ ਹੈ ਕੋਰਸ ਸੋ ਨਵਰਿਤੀ is associated with construction technology option B. IREDA ਜਿਹੜਾ ਰੀਸੈਂਟਲੀ ਬਹੁਤ ਜ਼ਿਆਦਾ ਨਿਊਜ਼ ਵਿੱਚ ਰਹਿ ਰਿਹਾ ਸੀ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਕਿਹੜੀ ਮਿਨਿਸਟਰੀ ਦੇ ਅੰਦਰ ਆਉਂਦੀ ਹੈ ਸੋ IRED ਆਉਂਦੀ ਹੈ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ એનર્ਜੀ ਆਪਸ਼ਨ B. ਨੈਕਸਟ ਵੈਰੀ ਇੰਪੋਰਟੈਂਟ ਕਿਹੜੀ ਕੰਟਰੀ ਹੈ ਜਿਨੇ 3,550 ਕਰੋੜ ਦਾ ਇੰਡੀਆ ਨੂੰ ਲੋਨ ਦਿੱਤਾ ਸੀ ਸੋ ਦੈਟ ਕੋਵਿਡ ਪੈਂਡੈਮਿਕ ਦੀ ਜਿਹੜੇ ਇਕਨੋਮਿਕ ਲਾਸਿਸ ਹੋਏ ਨੇ ਆਰਥਿਕ ਤੰਗੀ ਆਈ ਸੀ ਇੰਡੀਆ ਨੂੰ ਕਾਫੀ ਜ਼ਿਆਦਾ ਸੈਟਬੈਕ ਦੇਖਣਾ ਪਿਆ ਸੀਗਾ GDP ਦੇ ਅੰਦਰ ਸੋ ਉਸ ਚੀਜ਼ ਤੋਂ ਉੱਭਰ ਸਕੇ ਉਹਦੇ ਵਿੱਚ ਹੈਲਪ ਹੋ ਸਕੇ ਇੰਡੀਆ ਦੀ ਸੋ ਇਹ ਲੋਨ ਦਿੱਤਾ ਸੀ ਇੰਡੀਆ ਨੂੰ ਜਾਪਾਨ ਨੇ ਆਪਸ਼ਨ B. ਨੈਕਸਟ ਇਜ਼ ਕਿਹੜੀ ਸਟੇਟ UT ਨੇ ਇੱਕ ਮੋਬਾਈਲ ਐਪ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਸਤਰਕ ਨਾਗਰਿਕ ਜਿੰਨੇ ਵੀ ਪਿਛਲੇ 1 ਤੋਂ 1.5 ਸਾਲ ਦੇ ਇੰਪੋਰਟੈਂਟ ਪੋਰਟਲਸ ਲਾਂਚ ਹੋਏ ਨੇ ਮੋਬਾਈਲ ਐਪਲੀਕੇਸ਼ਨ ਲਾਂਚ ਹੋਈਆਂ ਨੇ ਉਹ ਤੁਹਾਨੂੰ ਹਰ ਆਉਣ ਵਾਲੇ ਐਗਜ਼ਾਮ ਦੇ ਲਈ ਟਿਪਸ ਤੇ ਹੋਣੇ ਚਾਹੀਦੇ ਨੇ ਤੁਸੀਂ ਅਲੱਗ ਤੋਂ ਉਹਨਾਂ ਦੇ ਨੋਟਸ ਬਣਾ ਕੇ ਯਾਦ ਕਰੋ ਸੋ ਇਸ ਤਰਕ ਨਾਗਰਿਕ ਹੈ ਜੰਮੂ ਕਸ਼ਮੀਰ ਦਾ ਆਪਸ਼ਨ B. India asked which country to assist its crew member of stranded cargo vessel MV Jug Anand and MV Anastasia. So ਇਹ cargo vessel ਦੇ crew members ਦੀ help ਕਰਨ ਲਈ ਇੰਡੀਆ ਨੇ ਚਾਈਨਾ ਨੂੰ ਕਿਹਾ ਸੀ ਆਪਸ਼ਨ B. ਸੋਮਾ ਮੰਡਲ ਕਿਹੜੇ ਪਬਲਿਕ ਸੈਕਟਰ ਐਂਟਰਪ੍ਰਾਈਜ਼ ਦੇ ਨਵੇਂ ਚੇਅਰਮੈਨ ਚੁਣੇ ਗਏ ਨੇ very important ਸੋ ਇਹ ਨੇ ਸੇਲ ਦੇ
ਆਪਸ਼ਨ ਏ। ਕਿਹੜਾ ਇੰਡੀਆ ਦਾ ਪਬਲਿਕ ਸੈਕਟਰ ਬੈਂਕ ਹੈ ਜਿਨੇ ਇੱਕ ਬੈਂਕਿੰਗ ਸਰਵਿਸ ਲਾਂਚ ਕੀਤੀ ਹੈ WhatsApp ਦੇ ਜ਼ਰੀਏ? ਸੋ ਇਹ ਹੈ ਬੈਂਕ ਆਫ ਬੜੌਦਾ, ਆਪਸ਼ਨ ਬੀ। ਬ੍ਰਿਟੇਨ ਨੇ ਰੀਸੈਂਟਲੀ ਕਿਹੜੇ ਪ੍ਰੋਡਕਟ ਉੱਤੇ ਟੈਕਸ ਖਤਮ ਕੀਤਾ ਹੈ? Britain has recently ended taxation on which product? So A has sanitary product, option B. Next is Claire Polosek, ਪਹਿਲੀ ਮਹਿਲਾ ਜਿਨ੍ਹਾਂ ਨੇ men test match ਨੂੰ officiate ਕੀਤਾ ਹੈ, ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਆ? ਸੋ ਇਹ ਵੀ ਕਾਫੀ ਜ਼ਿਆਦਾ ਨਿਊਜ਼ ਵਿੱਚ ਸੀ, very important question. Claire Polosek belongs to Australia, option B. Which state has announced to launch country's first ਪਹਿਲਾ solar electric RO service? ਕਿਹੜੀ state launch ਕਰਨ ਜਾ ਰਹੀ ਹੈ? ਸੋ ਇਹ ਹੋਊਗਾ ਕੇਰਲਾ ਦੇ ਦੁਆਰਾ launch, option C. Heritage Conservation Committee, which was in news recently, is headed by the official of which union ministry? ਕਿਹੜੀ union ministry ਦੇ official ਇਹਨੂੰ head ਕਰਨਗੇ? ਸੋ ਇਸ ਕਮੇਟੀ ਨੂੰ head ਕੀਤਾ ਜਾਊਗਾ ਹਾਊਸਿੰਗ ਤੇ ਅਰਬਨ ਅਫੇਅਰ ਮਿਨਿਸਟਰੀ ਦੇ ਦੁਆਰਾ, ਆਪਸ਼ਨ ਬੀ। Which is the first northeastern state to complete urban local body reform was approved for additional borrowing? So urban local body reform ਨੂੰ ਪੂਰੇ ਕਰਨ ਵਾਲੀ ਪਹਿਲੀ ਨਾਰਥ ਈਸਟਰਨ ਸਟੇਟ ਬਣੀ ਹੈ ਮਨੀਪੁਰ, ਆਪਸ਼ਨ ਬੀ। USA ਨੇ ਰੀਸੈਂਟਲੀ ਕਿਹੜੀ ਕੰਟਰੀ ਨੂੰ ਕਿਹਾ ਸਟੇਟ ਸਪਾਂਸਰ ਆਫ ਟੈਰਰਿਜ਼ਮ? ਸੋ ਇਹ ਟੈਗ, ਇਹ ਨਾਮ ਅਮਰੀਕਾ ਨੇ ਦਿੱਤਾ ਹੈ ਕਿਊਬਾ ਨੂੰ, ਆਪਸ਼ਨ ਬੀ। ਤੇ ਇਹ ਆਉਣ ਵਾਲੇ ਸਾਰੇ ਐਗਜ਼ਾਮ ਦੇ ਲਈ ਇੰਟਰਨੈਸ਼ਨਲ ਕਰੰਟ ਅਫੇਅਰ ਦਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੋ ਯੂ ਮਸਟ ਰਿਮੈਂਬਰ ਸਟੇਟ ਸਪਾਂਸਰ ਆਫ ਟੈਰਰਿਜ਼ਮ, ਇਹ ਟੈਗ ਦਿੱਤਾ ਹੈ US ਨੇ ਕਿਊਬਾ ਨੂੰ। Where is the headquarter of NACO located? NACO ਕੀ ਹੈ? National Aid Control Organization, ਇਹਦੇ headquarter ਨੇ ਨਿਊ ਦਿੱਲੀ, ਆਪਸ਼ਨ ਬੀ। United Nations and its partner are seeking $1.3 billion ਕਿਹੜੀ ਕੰਟਰੀ ਦੇ ਲਈ? ਸੋ ਇਹ ਜਿਹੜੀ ਰਾਸ਼ੀ ਹੈ ਮਦਦ ਰਾਸ਼ੀ ਦੇ ਤੌਰ ਤੇ ਦੇਣ ਲਈ ਯੂਨਾਈਟਿਡ ਨੇਸ਼ਨ ਤੇ ਉਹਦੇ ਪਾਰਟਨਰ ਸੀਕ ਕਰ ਰਹੇ ਨੇ ਅਫਗਾਨਿਸਤਾਨ ਲਈ, ਆਪਸ਼ਨ ਸੀ। ਕਿਹੜਾ ਟੈਕਨੋਲੋਜੀ ਮੇਜਰ ਹੈ ਜਿਹਨੇ ਰੀਸੈਂਟਲੀ ਫਿਟਬਿਟ, ਇੱਕ ਫਿਟਨੈਸ ਐਪ ਹੈ, ਉਹਨੂੰ ਐਕਵਾਇਰ ਕਰ ਲਿਆ? ਸੋ ਇਹ ਐਕਵਾਇਰ ਕੀਤਾ ਹੈ ਗੂਗਲ ਨੇ, ਆਪਸ਼ਨ ਸੀ। Indian Institute of Spice Research, which was recently in news, ਇਹਦੇ headquarter ਕਿਹੜੀ state ਜਾਂ UT ਵਿੱਚ ਨੇ? So Indian Institute of Spices Research is located, its headquarters are basically located in Kerala, option B. What is the term Bojankonda that is seen in recent news? So a Bojankonda term ਦਾ ਮਤਲਬ ਹੈ Buddhist heritage site. So ਇਹ ਇੱਕ Buddhist heritage site ਹੈ ਜਿਹੜੀ recently news ਵਿੱਚ ਸੀ, so option A ਇਹਦਾ right answer ਹੈ। Which Indian Union Minister was conferred with Sahitya Gaurav Samman? ਜਿਹੜਾ award ਦਿੱਤਾ by Hindi Writers Guild Canada ਨੇ, so ਇਹ award ਦਿੱਤਾ ਹੈ ਇੰਡੀਆ ਦੇ Union Minister ਰਮੇਸ਼ ਪੋਖਰਿਆਲ ਨਿਸ਼ਾਂਕ ਨੂੰ, option B, and this is very important. ਕਿਹੜੀ ਕੰਟਰੀ ਹੈ ਜਿਹਦਾ ਗਲੋਬਲ ਵਰਲਡ ਲੈਵਲ ਤੇ ਬਾਸਮਤੀ ਦੇ ਵਿੱਚ ਜਿਹੜਾ ਕਾਰੋਬਾਰ ਹੁੰਦਾ ਹੈ, ਬਾਸਮਤੀ ਚਾਵਲਾਂ ਦੇ ਵਿੱਚ, ਰਾਈਸ ਵਿੱਚ, ਉਹਦੇ ਵਿੱਚ ਸਭ ਤੋਂ ਵੱਡਾ ਸ਼ੇਅਰ ਹੈ, ਹਾਈਐਸਟ ਸ਼ੇਅਰ? ਅਗੇਨ ਵੈਰੀ ਇੰਪੋਰਟੈਂਟ ਕੁਐਸਚਨ, ਸੋ ਰਾਈਟ ਆਨਸਰ ਹੈ ਇੰਡੀਆ। India has the highest share in global basmati rice trade. Next, which country has recently amended its citizenship law to attract individual with specialized skill? So ਜਿਹੜੀ ਕੰਟਰੀ ਨੇ ਆਪਣੇ ਨਾਗਰਿਕਤਾ ਜਿਹੜੇ laws ਨੇ, ਕਾਨੂੰਨ ਨੇ, ਉਹਨਾਂ ਵਿੱਚ ਕੁਝ ਤਬਦੀਲੀਆਂ ਲਿਆਂਦੀਆਂ ਨੇ, ਉਹ ਹੈ United Arab Emirates, UAE, option B. Death anniversary of which national leader was observed as Martyr Day on 30th January in India? So 30 ਜਨਵਰੀ ਨੂੰ ਕਿਹੜੇ ਇੰਡੀਆ ਦੇ ਲੀਡਰ ਨੇ ਜਿਨ੍ਹਾਂ ਦੀ ਡੈਥ ਐਨੀਵਰਸਰੀ ਨੂੰ ਮਾਰਟੀਅਰ ਡੇ ਦੇ ਤੌਰ ਤੇ observe ਕੀਤਾ ਜਾਂਦਾ ਹੈ? ਸੋ ਉਹਨੇ ਮਹਾਤਮਾ ਗਾਂਧੀ ਜੀ, ਆਪਸ਼ਨ। ਨੈਕਸਟ ਇਜ਼ ਆਦਿ ਮਹੋਤਸਵ ਕਿਹੜੀ ਯੂਨੀਅਨ ਮਿਨਿਸਟਰੀ ਦਾ ਇਨੀਸ਼ੀਏਟਿਵ ਹੈ? ਸੋ ਇਹ ਪਹਿਲ ਕੀਤੀ ਹੈ ਟ੍ਰਾਈਬਲ ਅਫੇਅਰ ਮਿਨਿਸਟਰੀ ਨੇ, ਆਪਸ਼ਨ ਬੀ। LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਨਵੇਂ MD ਕੌਣ ਨਿਯੁਕਤ ਕੀਤੇ ਨੇ? ਮੈਨੇਜਿੰਗ ਡਾਇਰੈਕਟਰ। ਸੋ ਇਹ ਵੀ ਬਹੁਤ ਜ਼ਿਆਦਾ ਨਿਊਜ਼ ਵਿੱਚ ਸੀ, ਸਿਧਾਰਥ ਮੋਹੰਤੇ, ਵੈਰੀ ਇੰਪੋਰਟੈਂਟ ਪਰਸਨੈਲਿਟੀ ਟੂ ਰਿਮੈਂਬਰ, ਆਪਸ਼ਨ B is the right answer. Next come very important question.
ਵਰਲਡ ਵੈਟਲੈਂਡ ਦੇ 2021 ਦਾ ਥੀਮ ਕੀ ਸੀ? ਸੋ ਤੁਹਾਨੂੰ ਵੈਸੇ 2022 ਦਾ ਥੀਮ ਵੀ ਪਤਾ ਹੋਣਾ ਚਾਹੀਦਾ, ਪਰ ਕਈ ਵਾਰੀ ਕੀ ਦੇਖਿਆ ਗਿਆ ਕਿ ਜਿਹੜੇ ਕੁਐਸਚਨ ਪੇਪਰਸ ਨੇ ਉਹ ਥੋੜੇ ਪੁਰਾਣੇ ਸੈੱਟ ਕੀਤੇ ਹੁੰਦੇ ਨੇ ਤੇ ਉਸੇ ਤਰੀਕੇ ਦੇ ਨਾਲ ਆ ਜਾਂਦੇ ਨੇ। ਸੋ ਇਸੇ ਲਈ ਤੁਸੀਂ 2021 ਤੋਂ ਲੈ ਕੇ ਜਦੋਂ ਤੱਕ ਤੁਹਾਡਾ ਕੋਈ ਪੇਪਰ ਹੁੰਦਾ ਉਦੋਂ ਤੱਕ ਦੇ ਸਾਰੇ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਨੇ, ਇੰਪੋਰਟੈਂਟ ਡੇਜ਼ ਨੇ, ਡੇਟ ਨੇ, ਅਪਾਇੰਟਮੈਂਟ, ਹਰ ਚੀਜ਼ ਤਿਆਰ ਕਰਨੀ ਹੈ। ਸੋ ਵਰਲਡ ਵੈਟਲੈਂਡ ਡੇ 2021 ਦਾ ਥੀਮ ਸੀ ਵੈਟਲੈਂਡਸ ਐਂਡ ਵਾਟਰ ਆਪਸ਼ਨ B। Which payment major announced that it would add cryptocurrency to its network? ਸੋ cryptocurrency ਨੂੰ ਆਪਣੇ ਨੈਟਵਰਕ ਦੇ ਵਿੱਚ ਐਡ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਮਾਸਟਰਕਾਰਡ ਨੇ, ਆਪਸ਼ਨ B। ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ 1 ਕਰੋੜ ਦੀ ਪੈਨਲਟੀ ਲਗਾਈ ਹੈ ਨੈਸ਼ਨਲ ਸਟਾਕ ਐਕਸਚੇਂਜ ਉੱਤੇ? ਸੋ ਇੱਕ ਕੋਲੋਕੇਸ਼ਨ ਕੇਸ ਸੀਗਾ ਜਿਹਦੇ ਵਿੱਚ 1 ਕਰੋੜ ਦੀ ਪੈਨਲਟੀ ਲਾਈ ਹੈ ਸੈਬੀ ਨੇ NSE ਉੱਤੇ। ਸੋ ਆਪਸ਼ਨ B ਇਹਦਾ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜੀ ਆਰਗੇਨਾਈਜੇਸ਼ਨ ਨੇ ਸੀਵੀਡ ਮਿਸ਼ਨ ਰਿਲੀਜ਼ ਕੀਤਾ ਹੈ? ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੀਵੀਡ ਮਿਸ਼ਨ ਨੂੰ ਲਾਂਚ ਕੀਤਾ ਹੈ ਟਾਈਫੈਕ ਨੇ, ਆਪਸ਼ਨ B। ਸੋ ਟਾਈਫੈਕ ਦੀ ਫੁੱਲ ਫਾਰਮ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਹੈ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਟਾਈਫੈਕ ਸਟੈਂਡਸ ਫॉर T ਟੈਕਨੋਲੋਜੀ, ਇਨਫੋਰਮੇਸ਼ਨ, forecasting, F stands for forecasting, and assessment council. Assessment council. So technology, information, forecasting and assessment council TIFAC जिन्हें रिलीज किया है सीविड मिशन। Next is RBI restrict withdrawal from bank under provision of which act? ਸੋ ਇਹਦੇ ਲਈ ਜਿਹੜੇ ਐਕਟ ਦੇ ਅੰਦਰ RBI ਨੇ ਬੈਂਕਸ ਤੋਂ ਵਿਡਰਾਲ ਦੇ ਉੱਤੇ ਕੁਝ ਰਿਸਟ੍ਰਿਕਸ਼ਨ ਲਗਾਈਆਂ ਨੇ ਉਹ ਹੈ ਬੈਂਕਿੰਗ ਰੈਗੂਲੇਸ਼ਨ ਐਕਟ, ਆਪਸ਼ਨ B। ਕਿਹੜੀ ਆਰਮਡ ਫੋਰਸ ਹੈ ਜਿਹਨੇ ਇੱਕ ਵੈਬੀਨਾਰ ਆਰਗੇਨਾਈਜ਼ ਕੀਤਾ ਹੈ ਜਿਹਦਾ ਨਾਮ ਹੈ ਦਿਵਿਆ ਦ੍ਰਿਸ਼ਟੀ 2021? ਸੋ ਇਹਨੂੰ ਲਾਂਚ ਕੀਤਾ ਹੈ, ਆਰਗੇਨਾਈਜ਼ ਕੀਤਾ ਹੈ ਭਾਰਤ ਦੀ ਆਰਮੀ ਨੇ, ਇੰਡੀਅਨ ਆਰਮੀ, ਆਪਸ਼ਨ B। ਨੈਕਸਟ ਹੈ ਚਾਈਨੀਜ਼ ਜ਼ੋਡੀਐਕ ਦੇ ਅਨੁਸਾਰ ਜਿਹੜਾ ਆਉਣ ਵਾਲਾ ਸਾਲ ਹੈ ਉਹਨੂੰ ਕਿਹੜੇ ਸਾਲ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਊਗਾ? ਸੋ ਉਹ ਹੋਊਗਾ ਈਅਰ ਆਫ ਔਕਸ, ਆਪਸ਼ਨ A। ਅਗੇਨ ਇੰਪੋਰਟੈਂਟ ਕੁਐਸਚਨ। ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ MGNF ਪ੍ਰੋਗਰਾਮ ਕਿਹੜੀ ਯੂਨੀਅਨ ਮਿਨਿਸਟਰੀ ਨੇ ਲਾਂਚ ਕੀਤਾ ਹੈ? ਸੋ ਇਹਨੂੰ ਲਾਂਚ ਕੀਤਾ ਹੈ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੈਨਿਓਰਸ਼ਿਪ, ਆਪਸ਼ਨ B। E-Chavni portal which was making news recently was launched by which union ministry? ਸੋ ਇਹ ਸ਼ੌਣੀ ਵਰਡ ਆਪਾਂ ਡਿਫੈਂਸ ਮਿਲਟਰੀ ਦੇ ਨਾਲ ਸੁਣਦੇ ਹਾਂ। ਸੋ ਮਿਨਿਸਟਰੀ ਆਫ ਡਿਫੈਂਸ ਇਹਦਾ ਰਾਈਟ ਆਨਸਰ ਹੈ, ਆਪਸ਼ਨ A। ਤੇ ਅੱਜ ਦਾ ਇਸ ਪਾਰਟ 8 ਇੰਪੋਰਟੈਂਟ ਕਰੰਟ ਅਫੇਅਰ ਰਿਵੀਜ਼ਨ ਸੀਰੀਜ਼ ਦਾ ਲਾਸਟ ਕੁਐਸਚਨ ਹੈ ਦੁਬਰੀ ਫੁੱਲਬੜੀ ਬ੍ਰਿਜ which was making news recently ਕਿਹੜੀ ਰਿਵਰ ਉੱਤੇ ਨੂੰ ਬਿਲਡ ਕਰਨ ਦੀ ਗੱਲ ਹੋ ਰਹੀ ਹੈ? ਸੋ ਉਹ ਹੈ ਰਿਵਰ ਬ੍ਰਹਮਪੁੱਤਰਾ, ਆਪਸ਼ਨ A। So this was all about our today's lecture. I hope you liked the video. Keep supporting Victor's Knowledge. Thank you and good luck.